PSC ਸੈਂਟਰ ਨੂੰ ਪਹਿਲਾਂ ਤੁਹਾਡੀ ਸਰਕਾਰ ਵੀ ਰਹੀ ਹੈ, ਅਕਾਲੀ BJP ਦੀ ਸਰਕਾਰ ਰਹੀ ਹੈ। ਹੁਣ ਕਾਂਗਰਸ ਦੀ ਸਰਕਾਰ ਨੂੰ 4.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਇਸ ਦੇ ਜਿਹੜੇ ਹਾਲਾਤ ਹੈ ਉਹ ਜਿਉਂਦੇ ਤਿਉਂ ਹੀ ਹੈ। ਜਦੋਂ ਸਾਡੀ ਸਰਕਾਰ ਸੀ ਉਦੋਂ ਇੱਥੇ ਇੱਕ ਐਂਬੂਲੈਂਸ ਵੀ ਪ੍ਰੋਡਿਊਸ ਕੀਤੀ ਸੀ, ਲੇਕਿਨ ਜਦੋਂ ਸਾਡੀ ਸਰਕਾਰ ਬਦਲੀ ਉਦੋਂ ਇਹ ਐਂਬੂਲੈਂਸ ਵੀ ਇੱਥੋਂ ਗਾਇਬ ਹੋ ਗਈ। ਡਾਕਟਰ ਸਾਹਿਬ, ਲੱਗਦਾ ਨਹੀਂ ਕਿ ਸਰਕਾਰ ਪਹਿਲਾਂ ਸਾਡੀ ਵੀ ਰਹੀ ਹੈ, ਉਸ ਟਾਈਮ ਵੀ ਕੰਮ ਹੋ ਸਕਦਾ? ਉਦੋਂ ਕੋਸ਼ਿਸ਼ ਕਾਫੀ ਹੋਈ ਆ, ਲੇਕਿਨ ਇੱਥੇ ਜੋ ਹੁਣ ਪਹਿਲਾਂ ਵੀ ਕਿਹਾ ਸੀ ਵੀ ਇੱਥੇ ਜਗ੍ਹਾ ਥੋੜ੍ਹੀ ਜਿਹੀ ਘੱਟ ਸੀ, ਵੀ ਜਗ੍ਹਾ ਦਾ ਪ੍ਰਬੰਧ ਕਰੋ ਤੇ ਬਣਾ ਦਾਂਗੇ। ਹੁਣ ਜੇ ਆਪਾਂ ਗੱਲ ਕਰੀਏ, ਹੁਣ ਦੀਆਂ ਸਰਕਾਰਾਂ ਵੀ ਇਹੀ ਕਹਿੰਦੀਆਂ ਕਿ ਜਗ੍ਹਾ ਘੱਟ ਹੈ, ਫਿਰ ਆਪਾਂ ਕਿਵੇਂ ਬਣਾਵਾਂਗੇ? ਨਹੀਂ, ਮੈਂ ਇਹ ਗੱਲ ਤੋਂ ਸਹਿਮਤ ਨਹੀਂ ਹਾਂ, ਕਿਉਂਕਿ ਜੋ ਬਿਲਡਿੰਗ ਹੈ ਉਹ ਤਾਂ ਰਿਪੇਅਰਿੰਗ ਹੋਣੀ ਚਾਹੀਦੀ ਆ। ਡੈਡੀ ਸਾਹਿਬ, ਕੀ ਲੱਗਦਾ PSC ਤੇ ਅੱਜ ਤੱਕ ਸਿਆਸਤ ਹੋਈ ਹੈ ਜਾਂ ਕੰਮ ਹੋਏ ਆ ਕਿ ਨਹੀਂ? ਉਹ ਜਿਹੜੀਆਂ ਹੁਣ ਤੱਕ ਸਰਕਾਰਾਂ ਰਹੀਆਂ ਨੇ ਤਾਂ ਏਜੰਡੇ ਵਿੱਚ ਹੈ ਹੀ ਨਹੀਂ ਸੀਗਾ ਇਹ ਵੀ ਅਸੀਂ ਸਿਹਤ ਸਹੂਲਤਾਂ ਦੇਣੀਆਂ ਨੇਗੀਆਂ ਲੋਕਾਂ ਨੂੰ। ਲੋਕ ਪਰੇਸ਼ਾਨ ਹੁੰਦੇ ਆ, ਕੋਈ ਬੋਲਦਾ ਹੈ ਨਹੀਂ ਸੀਗਾ। ਮੇਰੇ ਨਾਲ ਖੁਦ 2-4 ਵਾਰ ਇਹੋ ਜਿਹਾ ਹੋਇਆ ਕਿ ਅਸੀਂ ਰਾਤ ਨੂੰ ਐਮਰਜੈਂਸੀ ਇੱਥੇ ਮਰੀਜ਼ ਲੈ ਕੇ ਆਏ ਨੇ ਤਾਂ ਕੋਈ ਗੇਟ ਖੋਲ੍ਹਣ ਵਾਸਤੇ ਵੀ ਨਹੀਂ ਹੁੰਦਾ ਕੋਈ। ਗਲੋਬਲ ਪੰਜਾਬ TV ਦਿਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਬੁੱਧ ਸਿੰਘ ਰਾਣਾ। ਦੋਸਤੋ, ਅੱਜ ਅਸੀਂ ਪਹੁੰਚੇ ਹਾਂ PSC ਕੀਰਤਪੁਰ ਸਾਹਿਬ ਵਿਖੇ, ਜਾਣੀ ਕਿ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀਆਂ ਇਹ ਤਸਵੀਰਾਂ ਨੇ, ਜਿਸ ਦੀ ਬਹੁਤ ਹੀ ਖਸਤਾ ਹਾਲਤ ਹੈ। ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ। PSC ਦੇ ਵਿੱਚ ਜਿਹੜਾ ਸਟਾਫ ਨੌਕਰੀ ਕਰਦਾ ਉਹਦੇ ਵਾਸਤੇ ਰਿਹਾਇਸ਼ੀ ਜਿਹੜੇ ਮਕਾਨ ਬਣੇ ਹੋਏ ਨੇ, ਉਹਨਾਂ ਦੀਆਂ ਕਿਹੋ ਜਿਹੀਆਂ ਤਸਵੀਰਾਂ ਨੇ। ਉਹਨਾਂ ਦੇ ਅੰਦਰ ਰਹਿਣਾ ਸੁਖਾਲਾ ਨਹੀਂ ਹੈਗਾ, ਕਿਉਂਕਿ ਬਹੁਤ ਹੀ ਤਰਸਯੋਗ ਹਾਲਾਤ ਦੇ ਵਿੱਚ ਹੈਗੀ ਆ ਰਿਹਾਇਸ਼ੀ। ਇਸ ਤੋਂ ਇਲਾਵਾ ਜਿਹੜਾ PSC ਸੈਂਟਰ ਹੈ ਉਸ ਦੀ ਹਾਲਤ ਵੀ ਕਾਫੀ ਜ਼ਿਆਦਾ ਖਸਤਾ ਹੈ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਨਾਲ ਇਹ ਵਾਅਦੇ ਜ਼ਰੂਰ ਕੀਤੇ ਸਨ ਕਿ ਆਪਾਂ ਇਸ PSC ਨੂੰ ਅਪਗ੍ਰੇਡ ਕਰਾਂਗੇ, ਇਸ ਦੀ ਜਿਹੜੀ ਹੈ ਆਪਾਂ ਰਿਪੇਅਰ ਕਰਾਵਾਂਗੇ ਜਾਂ ਇਸ ਨੂੰ ਨਵੀਕਰਨ ਕਰਾਂਗੇ। ਪਰ ਸਮਾਂ ਬੀਤਦਾ ਗਿਆ, ਸਮੇਂ ਦੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ। ਇਹ PSC ਸੈਂਟਰ ਜਿਵੇਂ ਦਾ ਹੈ ਉਵੇਂ ਦਾ ਉਵੇਂ ਹੀ ਹੈ। ਸਾਡੇ ਨਾਲ ਪਹਿਲਾਂ ਤਾਂ BJP ਦੇ ਜਿਹੜੇ ਸਾਬਕਾ ਮੰਡਲ ਪ੍ਰਧਾਨ ਨੇ ਕੈਪਟਨ ਬਲਵੀਰ ਸਿੰਘ ਜੀ, ਉਹ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲ ਕਰਦੇ ਹਾਂ, ਕਿਉਂਕਿ ਪਿਛਲੇ ਸਮੇਂ ਦੌਰਾਨ ਉਹਨਾਂ ਦੀ ਸਰਕਾਰ ਰਹੀ ਹੈ, ਮੁੜ ਕੇ ਕਾਂਗਰਸ ਦੀ ਸਰਕਾਰ ਆਈ ਹੈ। ਉਹਨਾਂ ਨੇ ਵੀ ਵਾਅਦੇ ਕੀਤੇ ਸੀ। ਕੈਪਟਨ ਸਾਹਿਬ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਗਲੋਬਲ ਪੰਜਾਬ TV ਤੇ। ਤੁਹਾਡਾ ਵੀ ਸਵਾਗਤ ਹੈ ਜੀ। ਕੈਪਟਨ ਸਾਹਿਬ, ਕੀ ਲੱਗਦਾ PSC ਸੈਂਟਰ ਨੂੰ ਪਹਿਲਾਂ ਤੁਹਾਡੀ ਸਰਕਾਰ ਵੀ ਰਹੀ ਹੈ, ਅਕਾਲੀ BJP ਦੀ ਸਰਕਾਰ ਰਹੀ ਹੈ। ਹੁਣ ਕਾਂਗਰਸ ਦੀ ਸਰਕਾਰ ਨੂੰ 4.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਇਸ ਦੇ ਜਿਹੜੇ ਹਾਲਾਤ ਹੈ ਉਹ ਜਿਉਂਦੇ ਤਿਉਂ ਹੀ ਹੈ। ਜਦੋਂ ਸਾਡੀ ਸਰਕਾਰ ਸੀ ਉਦੋਂ ਇੱਥੇ ਇੱਕ ਐਂਬੂਲੈਂਸ ਵੀ ਪ੍ਰੋਡਿਊਸ ਕੀਤੀ ਸੀ, ਲੇਕਿਨ ਜਦੋਂ ਸਾਡੀ ਸਰਕਾਰ ਬਦਲੀ ਉਦੋਂ ਇਹ ਐਂਬੂਲੈਂਸ ਵੀ ਇੱਥੋਂ ਗਾਇਬ ਹੋ ਗਈ। ਹੋਰ ਵੀ ਕਈ ਚੀਜ਼ਾਂ ਦੀ ਇੱਥੇ ਮਿੱਤਲ ਸਾਹਿਬ ਨੇ ਕੀਤਾ ਸੀ ਆਪਣਾ, ਸਾਡੀ ਸਰਕਾਰ ਨੇ ਬਣਾਉਣ ਵਾਸਤੇ, ਲੇਕਿਨ ਦੁਬਾਰਾ ਸਰਕਾਰ ਬਦਲ ਗਈ। ਉਹ ਤੋਂ ਬਾਅਦ ਇਹ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਤੇ ਲਾਰੇ ਲਾਉਂਦੇ ਰਹੇ, ਹੁਣ ਕਰ ਦਾਂਗੇ। ਇੱਥੇ ਤੱਕ ਨੌਬਤ ਆ ਗਿਆ ਕਿ ਬਾਹਰ ਜਿੱਥੇ ਅਸੀਂ ਖੜ੍ਹੇ ਹਾਂ ਉੱਥੇ ਕਿਸੇ ਝਾੜੂ ਤੱਕ ਵੀ ਨਹੀਂ ਇੱਥੇ ਵੱਜਿਆ ਹੋਇਆ। ਬਾਕੀ ਜੋ ਬਿਲਡਿੰਗ ਦੀ ਹਾਲਤ ਹੈ ਖਸਤਾ ਹੈ, ਉੱਥੇ ਰਹਿਣ ਦੇ ਯੋਗਿਆ ਨਹੀਂ ਹੈ। ਕਰਮਚਾਰੀਆਂ ਦੀ ਵੀ ਘਾਟ ਹੈ ਇੱਥੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਥੇ ਟਰੋਮਾ ਸੈਂਟਰ ਬਣਾਇਆ ਜਾਏ। ਲੋਕਾਂ ਨੂੰ, ਦੂਜੀ ਗੱਲ ਹੈ, ਲੋਕਾਂ ਨੂੰ ਬਹੁਤੇ ਲਾਰੇ ਲੱਪੇ ਨਾ ਲਾਏ ਜਾਣ। ਅਸਲੀਤ ਗਰਾਊਂਡ 'ਤੇ ਕੰਮ ਹੋਣਾ ਚਾਹੀਦਾ, ਨਾ ਕਿ ਕਾਗਜ਼ਾਂ ਦੇ 'ਚ, ਅਖਬਾਰਾਂ 'ਚ, ਮੀਡੀਆ 'ਚ ਦੱਸ ਦਿਓ ਇਹ ਹੋ ਗਿਆ, ਕੁਛ ਨਹੀਂ ਹੋ ਰਿਹਾ ਗਰਾਊਂਡ 'ਤੇ। ਡਾਕਟਰ ਸਾਹਿਬ, ਲੱਗਦਾ ਨਹੀਂ ਕਿ ਸਰਕਾਰ ਪਹਿਲਾਂ ਸਾਡੀ ਵੀ ਰਹੀ ਹੈ, ਉਸ ਟਾਈਮ ਵੀ ਕੰਮ ਹੋ ਸਕਦੇ ਸੀ? ਹਾਂ, ਹੋ ਸਕਦੇ ਸੀ। ਉਦੋਂ ਕੋਸ਼ਿਸ਼ ਕਾਫੀ ਹੋਈ ਆ, ਲੇਕਿਨ ਇੱਥੇ ਜੋ ਹੁਣ ਪਹਿਲਾਂ ਵੀ ਕਿਹਾ ਸੀ ਵੀ ਇੱਥੇ ਜਗ੍ਹਾ ਥੋੜ੍ਹੀ ਜਿਹੀ ਘੱਟ ਸੀ, ਵੀ ਜਗ੍ਹਾ ਦਾ ਪ੍ਰਬੰਧ ਕਰੋ ਤੇ ਬਣਾ ਦਾਂਗੇ। ਪਰ ਲੇਕਿਨ ਇੱਥੇ ਜਗ੍ਹਾ ਥੋੜ੍ਹੀ ਜਿਹੀ ਘੱਟ ਹੈ, ਇਸ ਕਰਕੇ ਪਿਛਲੀ ਸਰਕਾਰ ਦਾ ਇਹ ਕੰਮ ਰਹਿ ਗਿਆ ਸੀ। ਹੁਣ ਜੇ ਆਪਾਂ ਗੱਲ ਕਰੀਏ, ਹੁਣ ਦੀਆਂ ਸਰਕਾਰਾਂ ਵੀ ਇਹੀ ਕਹਿੰਦੀਆਂ ਕਿ ਜਗ੍ਹਾ ਘੱਟ ਹੈ, ਫਿਰ ਆਪਾਂ ਕਿਵੇਂ ਬਣਾਵਾਂਗੇ? ਨਹੀਂ, ਮੈਂ ਇਹ ਗੱਲ ਤੋਂ ਸਹਿਮਤ ਨਹੀਂ ਹਾਂ, ਕਿਉਂਕਿ ਜੋ ਬਿਲਡਿੰਗ ਹੈ ਉਹ ਤਾਂ ਰਿਪੇਅਰਿੰਗ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਹੁਣ ਆਪਣਾ ਵੈਕਸੀਨੇਸ਼ਨ ਲੱਗ ਰਹੇ ਆ, ਉਹਦੇ ਵਾਸਤੇ ਤਾਂ ਸਟਾਫ ਤਾਂ ਪੂਰਾ ਹੈ। ਹੁਣ ਦੇਖੋ, ਸਕੂਲ 'ਚ ਬੈਠੇ ਸੀ ਸਾਰੇ ਬੰਦੇ, ਕਮ ਸੇ ਕਮ 20-25 ਬੰਦੇ ਬੈਠੇ ਸੀ, ਉੱਥੇ ਕੋਈ ਵੀ ਨਹੀਂ ਪਹੁੰਚਿਆ ਇਹਨਾਂ ਦਾ ਸਟਾਫ ਦਾ ਬੰਦਾ। ਨਾ ਕੋਈ ਗਾਈਡੈਂਸ ਲਾਈਨ ਕਰ ਰਿਹਾ, ਨਾ ਕਿਤੇ ਲਿਖ ਕੇ ਲਾਇਆ ਵੀ ਟੀਕਾ ਖਤਮ ਹੈ। ਅੱਜ ਕਈ ਲੋਕਾਂ ਨੂੰ ਤਾਂ ਮੇਰੇ ਖਿਆਲ 7 ਦਿਨ ਹੋ ਗਏ ਅੱਜ ਇੱਥੇ ਆਉਂਦਿਆਂ ਨੂੰ। ਇਹ ਲਗਭਗ ਕਈ ਪਿੰਡਾਂ ਦਾ ਸਾਂਝਾ ਹਸਪਤਾਲ ਹੈਗਾ ਇੱਥੇ ਵੱਖ-ਵੱਖ ਪਿੰਡਾਂ ਤੋਂ ਲੋਕ ਆ ਕੇ ਆਪਣੇ ਜਿਹੜਾ ਇਲਾਜ ਕਰਵਾਉਂਦੇ ਨੇ ਜਾਂ ਮੁੱਢਲੀ ਜਿਹੜੀ ਸਹਾਇਤਾ ਇੱਥੇ ਲਈ ਜਾਂਦੀ ਹੈ। ਖਾਸ ਕਰਕੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਨੈਸ਼ਨਲ ਹਾਈਵੇ 21 ਦੇ ਨਾਲ ਲੱਗਦਾ ਹਿਮਾਚਲ ਦਾ ਏਰੀਆ ਨਾਲ ਪੈਂਦਾ ਹੈ, ਜਿੱਥੇ ਜੇ ਕੋਈ ਹਾਦਸਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮਰੀਜ਼ ਨੂੰ ਇੱਥੇ ਲੈ ਕੇ ਆਇਆ ਜਾਂਦਾ ਹੈ। ਸਾਡੇ ਨਾਲ ਡਾਡੀ ਸਾਹਿਬ ਮੌਜੂਦ ਨੇ, ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਨੇ। ਡਾਡੀ ਸਾਹਿਬ, ਕੀ ਲੱਗਦਾ PSC ਤੇ ਅੱਜ ਤੱਕ ਸਿਆਸਤ ਹੋਈ ਹੈ ਜਾਂ ਕੰਮ ਹੋਏ ਆ ਕਿ ਨਹੀਂ ਹੋਏ? ਦੇਖੋ ਰਾਣਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ
ਜੇ ਅਸੀਂ ਜ਼ਿਆਦਾ ਬੋਲਾਂਗੇ ਤਾਂ ਸ਼ਾਇਦ ਇਹ ਲੋ ਹੋਵੇ ਰਾਜਨੀਤੀ ਹੋ ਰਹੀ ਆ, ਪਰ ਜੋ ਅਸਲੀਅਤ ਆ ਉਹ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਆ। ਜਿਵੇਂ ਕੈਪਟਨ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਦੱਸ ਕੇ ਗਏ ਨੇ ਕਿ ਪਹਿਲਾਂ ਬੀਜੇਪੀ ਸਰਕਾਰ ਰਹੀ ਆ, ਅਕਾਲੀ ਦਲ ਸਾਂਝੀ ਰਹੀ ਸਰਕਾਰ ਇਹਨਾਂ ਦੀ, ਅਤੇ ਮਿੱਤਲ ਸਾਹਿਬ ਕੋਲ ਸਿਹਤ ਮੰਤਰਾਲਾ ਵੀ ਰਿਹਾ। ਪਰ ਇਹ ਜਗ੍ਹਾ ਦਾ ਮੈਨੂੰ ਨਹੀਂ ਸਮਝ ਲੱਗੀ ਵੀ ਜਗ੍ਹਾ ਦੀ ਘਾਟ ਕਰਕੇ ਕਿਉਂ ਨਹੀਂ ਹੋ ਸਕਦਾ। ਜਗ੍ਹਾ ਦੀ ਘਾਟ ਤਾਂ ਹੋਵੇ ਜੇ ਆਪਾਂ ਕੁਛ ਨਵਾਂ ਬਣਾਉਣਾ। ਜੇ ਤੁਸੀਂ ਨਵਾਂ ਨਹੀਂ ਬਣਾ ਸਕਦੇ ਕੁਛ, ਘੱਟੋ ਘੱਟ ਜਿਹੜੀ ਬਿਲਡਿੰਗ ਹੈਗੀ ਆ ਜਾਂ ਇੱਥੇ ਸਟਾਫ ਹੈਗਾ ਜਾਂ ਐਮਰਜੈਂਸੀ ਸਟਾਫ ਜਿਹੜਾ ਰਾਤ ਨੂੰ ਹੈਗਾ ਜਿਹੜਾ ਉਹ ਇੱਥੇ ਪ੍ਰੋਵਾਈਡ ਕਰਵਾਉਣਾ ਚਾਹੀਦਾ ਸੀ। ਮੇਰੇ ਨਾਲ ਖੁਦ 2-4 ਵਾਰ ਇਹੋ ਜਿਹਾ ਹੋਇਆ ਕਿ ਅਸੀਂ ਰਾਤ ਨੂੰ ਐਮਰਜੈਂਸੀ ਇੱਥੇ ਮਰੀਜ਼ ਲੈ ਕੇ ਆਏ ਨੇ ਤਾਂ ਕੋਈ ਗੇਟ ਖੋਲ੍ਹਣ ਵਾਸਤੇ ਵੀ ਨਹੀਂ ਹੁੰਦਾ ਕੋਈ। ਸੋ ਇਹ ਜਿਹੜਾ ਅਸਲੀ ਗੱਲ ਤਾਂ ਇਹ ਹੈਗੀ ਜਿਹੜਾ ਸਿਹਤ ਪੱਖੋਂ ਜਿਹੜੀਆਂ ਸਹੂਲਤਾਂ ਦੇਣੀਆਂ ਨੇ ਨਾਗਰਿਕਾਂ ਨੂੰ, ਉਹ ਜਿਹੜੀਆਂ ਹੁਣ ਤੱਕ ਸਰਕਾਰਾਂ ਰਹੀਆਂ ਨੇ ਏਜੰਡੇ ਵਿੱਚ ਹੈ ਹੀ ਨਹੀਂ ਸੀਗਾ ਇਹ ਵੀ ਅਸੀਂ ਸਿਹਤ ਸਹੂਲਤਾਂ ਦੇਣੀਆਂ ਨੇਗੀਆਂ। ਲੋਕਾਂ ਨੂੰ ਲੋਕ ਪਰੇਸ਼ਾਨ ਹੁੰਦੇ ਆ, ਕੋਈ ਬੋਲਦਾ ਹੈ ਨਹੀਂ ਸੀਗਾ। ਅਤੇ ਜੋ ਇਸ ਦੀ ਹਾਲਤ ਹੈਗੀ ਹੈ ਖਸਤਾ ਹਾਲਤ ਦਾ, ਦੇਖੋ ਸਰਕਾਰੀ ਸਕੂਲ ਆ ਸਾਹਮਣੇ, ਅਸੀਂ ਵੀ ਇੱਥੇ ਪੜ੍ਹੇ ਹਾਂ। ਅੱਜ ਤੋਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਇੱਥੇ ਲਾਈਨਾਂ ਲੱਗਦੀਆਂ ਸੀਗੀਆਂ, ਦਵਾਈਆਂ ਮਿਲਦੀਆਂ ਸੀ, ਡਾਕਟਰ ਵਧੀਆ ਸੀਗੇ। ਪਰ ਉਸ ਤੋਂ ਬਾਅਦ ਸਰਕਾਰਾਂ ਦਾ ਜਿਵੇਂ ਜਿਵੇਂ ਇਹਨਾਂ ਤੋਂ ਘਟਦਾ ਗਿਆ ਇਸ ਪਾਸੇ ਧਿਆਨ ਸਰਕਾਰਾਂ ਦਾ ਸਿਹਤ ਸਹੂਲਤਾਂ ਵੱਲੋਂ, ਇਸ ਦੀ ਹਾਲਤ ਵੱਧ ਤੋਂ ਬਦਤਰ ਹੁੰਦੀ ਗਈ ਹੈ। ਚਾਹੇ ਰਿਹਾਇਸ਼ੀ ਮਕਾਨ ਨੇ, ਚਾਹੇ ਇੱਥੇ ਡਾਕਟਰਾਂ ਦੀ ਸਟਾਫ ਦੀ ਕਮੀ ਹੈ। ਮਤਲਬ ਤੁਸੀਂ ਇਹ ਕਹਿ ਦਿਓ ਸਿਰਫ ਚਿੱਟੇ ਹੱਥੀ ਜਿਹੜੇ ਹੈਗੇ ਉਹ ਸਾਬਤ ਹੋ ਰਹੇ ਨੇ ਜਿਹੜੇ PSC ਬਣਾਏ ਹੋਏ ਨੇ ਇੱਥੇ। ਸਰਕਾਰਾਂ ਦੇ ਏਜੰਡੇ ਵਿੱਚ ਹੈ ਹੀ ਨਹੀਂ ਹੈਗਾ। ਤੁਸੀਂ ਠੀਕ ਆ, ਟਰੋਮਾ ਸੈਂਟਰ ਨਹੀਂ ਬਣਿਆ, ਜਿਹੜੀ ਪਿਛਲੀ ਸਰਕਾਰ ਨੇ ਵਾਅਦਾ ਕੀਤਾ ਸੀਗਾ, ਟਰੋਮਾ ਸੈਂਟਰ ਨਹੀਂ ਬਣਿਆ ਜਗ੍ਹਾ ਦੀ ਘਾਟ ਕਰਕੇ। ਪਰ ਆਪਾਂ ਜੋ ਇੱਥੇ ਹੈਗਾ ਪਰ ਐਜ ਹੈਗਾ ਉਹਦੀ ਰਿਪੇਅਰ ਕਰ ਸਕਦੇ ਹਾਂ। ਇੱਥੇ ਡਾਕਟਰ ਸਟਾਫ ਦੇ ਸਕਦੇ ਹਾਂ, ਆਪਾਂ ਐਮਰਜੈਂਸੀ ਸਹੂਲਤਾਂ ਦੇ ਸਕਦੇ ਹਾਂ। ਸਾਡੇ ਆਲੇ ਦੁਆਲੇ ਦੇ 40 45 50 ਪਿੰਡ ਨੇ ਜਿਨ੍ਹਾਂ ਨੂੰ ਇਹ ਮੇਨ ਇੱਕ ਪੁਆਇੰਟ ਹੈਗਾ ਜਿੱਥੇ ਕੋਈ ਸਿਹਤ ਸਹੂਲਤਾਂ ਵਾਸਤੇ ਲੋਕ ਆ ਸਕਦੇ ਨੇ। ਪਰ ਸਰਕਾਰਾਂ ਦੇ ਏਜੰਡੇ 'ਤੇ ਜਿਹੜੇ ਸਿਹਤ ਸਹੂਲਤਾਂ ਉਹ ਹੈ ਨਹੀਂ, ਅਤੇ ਲੋਕ ਸਾਡੇ ਜਿਹੜੇ ਹੈਗੇ ਪਰੇਸ਼ਾਨ ਹੋ ਰਹੇ ਨੇ। ਜਿਹੜੇ ਹੁਣ ਕੋਵਿਡ ਦੇ ਟੀਕੇ ਲੱਗ ਰਹੇ ਨੇ, ਇੰਜੈਕਸ਼ਨ, ਇਹ ਵੀ ਬੜੀ ਇੱਥੇ ਘਾਟ ਆ ਰਹੀ ਹੈ। ਅਤੇ ਸਟਾਫ ਦੇ ਨਲਾਇਕੀ ਹੈ ਜੇ ਇੰਜੈਕਸ਼ਨ ਨਹੀਂ ਆ ਰਹੇ ਹੈਗੇ, ਘੱਟੋ ਘੱਟ ਉੱਥੇ ਉਹਨਾਂ ਨੂੰ ਕੋਈ ਜਿਹੜੇ ਮਰੀਜ਼ ਉੱਥੇ ਆ ਰਹੇ ਨੇ ਉਹਨਾਂ ਨੂੰ ਅਟੈਂਡ ਕਰਨ ਵਾਸਤੇ ਕੋਈ ਨਾ ਕੋਈ ਉੱਥੇ ਹੋਣਾ ਚਾਹੀਦਾ, ਦੱਸਣਾ ਚਾਹੀਦਾ ਕਿ ਕਦੋਂ ਤੁਹਾਡੇ ਟੀਕੇ ਆਉਣਗੇ ਅਤੇ ਕਦੋਂ ਤੁਸੀਂ ਲਵਾ ਸਕਦੇ ਹੋ। ਅੱਗੇ ਪਾਰਦਰਸ਼ਤਾ ਨਾਲ ਲੱਗਣੇ ਚਾਹੀਦੇ ਆ। ਸਾਨੂੰ ਤਾਂ ਇਹ ਪਤਾ ਲੱਗਿਆ ਕਿ ਇੱਥੇ ਟੀਕੇ ਲਵਾਉਣ ਲਈ ਵੀ ਸਿਫਾਰਿਸ਼ਾਂ ਪੈ ਰਹੀਆਂ ਨੇਗੀਆਂ। ਸੋ ਜਿਹੜਾ ਸਟਾਫ ਹੈਗਾ, ਅਸੀਂ ਬੇਨਤੀ ਕਰਦੇ ਹਾਂ, ਸਰਕਾਰ ਤੋਂ ਮੰਗ ਕਰਦੇ ਹਾਂ ਇਹਨੂੰ ਕਿ ਇੱਥੇ ਜਿਹੜਾ ਕੋਵਿਡ ਦੀ ਟੀਕਾਕਰਨ ਹੋ ਰਿਹਾ ਉਹਦੀ ਪਾਰਦਰਸ਼ਤਾ ਵਰਤੀ ਜਾਵੇ, ਅਤੇ ਜਿਹੜਾ ਇਹ PSC ਹੈਗਾ ਇੱਥੇ ਕੀਰਤਪੁਰ ਸਾਹਿਬ ਦਾ, ਇਹਦੀ ਹਾਲਾਤ ਦੇ ਵਿੱਚ ਸੁਧਾਰ ਲਿਆਂਦੇ ਜਾਣ। ਇੱਥੇ ਡਾਕਟਰਾਂ ਦੀ ਕਮੀ ਹੈਗੀ ਆ, ਦਵਾਈਆਂ ਨਹੀਂ ਹੈਗੀਆਂ। ਇੱਥੇ ਜਿਹੜੀ ਬਿਲਡਿੰਗ ਹੈਗੀ ਆ ਟਰੋਮਾ ਸੈਂਟਰ ਦਾ ਹਵਾ ਹੋ ਗਏ ਸਰਕਾਰ ਦੇ ਵਾਅਦੇ, ਜੋ ਸਰਕਾਰ ਪਿਛਲੀ ਰਾਣਾ ਜੀ ਕਹਿੰਦੇ ਸੀਗੇ ਵੀ ਟਰੋਮਾ ਸੈਂਟਰ ਬਣਾ ਦਾਂਗੇ ਅਸੀਂ, ਕੁਛ ਨਹੀਂ ਕੀਤਾ ਇੱਥੇ। ਘੱਟੋ ਘੱਟ ਜੋ ਹੈਗਾ ਇਹਨੂੰ ਸੰਭਾਲ ਲਓ, ਇਹਦੀ ਰਿਪੇਅਰ ਕਰ ਦਿਓ, ਇੱਥੇ ਡਾਕਟਰ ਦੇ ਦਿਓ, ਇੱਥੇ ਦਵਾਈਆਂ ਦੇ ਦਿਓ, ਜਿਹੜੇ ਲੋਕ ਨੇ ਪਰੇਸ਼ਾਨ ਨਾ ਹੋਣ। ਤਾਂ ਜ਼ਿਆਦਾ ਕੁਝ ਨਾ ਬੋਲਦੇ ਹੋਏ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਸੈਂਟਰ ਹੈਗਾ 40 45 ਪਿੰਡਾਂ ਨੂੰ ਕਵਰ ਕਰਦਾ, ਇਹਦੇ ਵੱਲ ਧਿਆਨ ਦਿੱਤਾ ਜਾਵੇ। ਬਿਲਕੁਲ ਜੀ, ਆਪਾਂ ਇਸ ਤੋਂ ਇਲਾਵਾ ਜਿਹੜੇ ਕਾਂਗਰਸ ਦੇ ਇੱਥੇ ਸ਼ਹਿਰ ਦੇ ਨੁਮਾਇੰਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ। ਆਪਾਂ ਚੱਲਦੇ ਹਾਂ ਕਾਂਗਰਸ ਦੇ ਨੁਮਾਇੰਦਿਆਂ ਕੋਲ। ਨਾਲ ਕਾਂਗਰਸ ਪਾਰਟੀ ਦੇ ਯੂਥ ਆਗੂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ MC ਹਿਮਾਂਸ਼ੂ ਟੰਡਨ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ PSC ਸੈਂਟਰ ਨੂੰ ਲੈ ਕੇ। ਹਿਮਾਂਸ਼ੂ ਜੀ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਹਿਮਾਂਸ਼ੂ ਜੀ, ਕੀ ਲੱਗਦਾ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀ ਖਸਤਾ ਹਾਲਤ ਹੈ? ਅੱਜ ਜੇ ਰਿਹਾਇਸ਼ੀ ਮਕਾਨਾਂ ਦੀ ਗੱਲ ਕੀਤੀ ਜਾਵੇ, ਅਕਾਲੀ BJP ਦੀ ਸਰਕਾਰ ਰਹੀ ਆ ਪਿਛਲੇ 10 ਸਾਲਾਂ ਤੋਂ, ਉਸ ਤੋਂ ਬਾਅਦ ਹੁਣ ਤੁਹਾਡੀ ਸਰਕਾਰ ਨੂੰ ਵੀ ਲਗਭਗ 4.5 ਸਾਲ ਦਾ ਸਮਾਂ ਹੋ ਗਿਆ। ਕੀ ਲੱਗਦਾ ਸਿਹਤ? ਦੇਖੋ, ਅਕਾਲੀ BJP ਦੀ 10 ਸਾਲ ਸਰਕਾਰ ਵੀ ਰਹੀ ਅਤੇ ਉਹਨਾਂ ਦੇ ਇਸ ਹਲਕੇ ਤੋਂ ਵਿਧਾਇਕ ਮਦਨ ਮੋਹਨ ਮਿੱਤਲ ਮੰਤਰੀ ਵੀ ਰਹੇ, ਸਿਹਤ ਮੰਤਰੀ ਰਹਿੰਦਿਆਂ ਉਹਨਾਂ ਨੇ ਕੀਰਤਪੁਰ ਲਈ, ਆਪਣੇ ਹਸਪਤਾਲ ਲਈ ਕੁਝ ਨਹੀਂ ਸੋਚਿਆ, ਨਾ ਕੁਝ ਕੀਤਾ। ਅਤੇ ਜਦੋਂ ਹੀ ਸਾਡੀ ਸਰਕਾਰ ਆਈ, ਇੱਥੇ ਸਪੀਕਰ ਸਾਹਿਬ ਨੇ, ਵਿਧਾਨ ਸਭਾ ਸਪੀਕਰ ਰਾਣਾ ਜੀ ਨੇ ਟਰੋਮਾ ਸੈਂਟਰ ਲਈ ਬਹੁਤ ਉਪਰਾਲੇ ਕੀਤੇ, ਬਹੁਤ ਯਤਨ ਕੀਤੇ, ਪਰ ਜਗ੍ਹਾ ਦੀ ਕਮੀ ਦੇ ਕਾਰਨ ਉਹ ਜਿਹੜਾ ਪ੍ਰੋਜੈਕਟ ਸੀਗਾ ਉਹ ਇੱਥੇ ਪਾਸ ਨਹੀਂ ਹੋ ਸਕਿਆ। ਅਤੇ ਉਸ ਤੋਂ ਬਾਅਦ ਵੀ ਜਿਹੜੇ ਸਿਹਤ ਸਹੂਲਤਾਂ ਦੇ ਲਈ ਰਾਣਾ ਜੀ ਵੱਲੋਂ ਬਹੁਤ ਯਤਨ ਕੀਤੇ ਜਾ ਰਹੇ ਨੇ, ਜਿਵੇਂ ਆਪਣੀ ਐਮਰਜੈਂਸੀ ਦੀ ਸਹੂਲਤ ਹੈ ਜਾਂ ਡਾਕਟਰਾਂ ਦੀ ਜਿਹੜੀ ਕਮੀ ਹੈ ਉਹਦੇ ਬਾਰੇ ਬਹੁਤ ਧਿਆਨ ਦਿੱਤਾ ਗਿਆ ਅਤੇ ਕਮੀਆਂ ਦੂਰ ਵੀ ਕੀਤੀਆਂ ਗਈਆਂ। ਅਤੇ ਕੁਝ ਜਿਹੜੀਆਂ ਕਮੀਆਂ ਹੈਗੀਆਂ ਉਹਨਾਂ ਬਾਰੇ ਵੀ ਧਿਆਨ ਦਿੱਤਾ ਜਾ ਰਿਹਾ, ਉਹ ਦੂਰ ਕੀਤੀਆਂ ਜਾਣਗੀਆਂ ਜਲਦੀ ਤੋਂ ਜਲਦੀ। ਕੀ ਲੱਗਦਾ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਜਿਹੜੀ ਰਿਹਾਇਸ਼ੀ ਮਕਾਨ ਹੈ ਉਹਨਾਂ ਦਾ ਸੁਧਾਰ ਕੀਤਾ ਜਾਵੇਗਾ ਜਾਂ ਹਸਪਤਾਲ ਦੀ ਬਿਲਡਿੰਗ ਦਾ? ਦੇਖੋ, ਇਹ ਸਾਰਾ ਮਸਲਾ ਸਪੀਕਰ ਸਾਹਿਬ ਦੇ ਧਿਆਨ 'ਚ ਹੈ ਅਤੇ ਉਹ ਯਤਨ ਵੀ ਕਰ ਰਹੇ ਹੈ, ਅਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਉਹ ਆਪਣੇ ਸਿਹਤ ਮੰਤਰੀ ਅਤੇ ਹੋਰ ਜਿਹੜੇ ਸਿਹਤ ਮਹਿਕਮੇ ਦੇ ਅਫਸਰਾਂ ਨੂੰ ਨਾਲ ਲੈ ਕੇ ਇੱਥੇ ਮੌਕੇ 'ਤੇ ਆਉਣ, ਕਿਉਂਕਿ ਉਹਨਾਂ ਨੇ ਇਹਦੇ ਵੱਲ ਯਤਨ ਕੀਤੇ ਹੋਏ ਆ ਅਤੇ ਗੱਲ ਵੀ ਕੀਤੀ ਹੋਈ ਹੈ। ਬਿਲਕੁਲ ਜੀ, ਇਸ ਸਨ ਸਾਡੇ ਨਾਲ ਕਾਂਗਰਸ ਪਾਰਟੀ ਦੇ ਯੂਥ ਆਗੂ ਹਿਮਾਂਸ਼ੂ ਟੰਡਨ, ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਜਿਹੜਾ ਹੈਲਥ ਸੈਂਟਰ ਹੈਗਾ ਉਹਨੂੰ ਅਪਗ੍ਰੇਡ ਕਰਨ ਜਾਂ ਉਹਨੂੰ ਚਾਰ ਲਾਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ। ਕੈਮਰਾਮੈਨ ਦੀਪ ਰਾਣਾ ਦੇ ਨਾਲ ਬੁੱਧ ਸਿੰਘ ਰਾਣਾ, ਗਲੋਬਲ ਪੰਜਾਬ TV, ਅਨੰਦਪੁਰ ਸਾਹਿਬ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ। roku ਅਤੇ Amazon Fire TV ਤੇ
ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।